ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਅੱਜ ਅਸੀਂ 6ਵੀਂ ਜਮਾਤ ਸਮਾਜਿਕ ਸਿੱਖਿਆ ਦਾ ਪਹਿਲਾ ਪਾਠ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ ਅਰਥ ਐਜ਼ ਏ ਮੈਂਬਰ ਆਫ ਸੋਲਰ ਸਿਸਟਮ ਇਹਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਦੇਖੋ ਬ੍ਰਹਿਮੰਡ ਦੀ ਤਸਵੀਰ। ਬ੍ਰਹਿਮੰਡ ਕਿਸ ਨੂੰ ਕਹਿੰਦੇ ਹਨ? ਬ੍ਰਹਿਮੰਡ ਵਿੱਚ ਉਹ ਸਭ ਕੁਝ ਸ਼ਾਮਿਲ ਹੈ ਜੋ ਗਲੈਕਸੀਆਂ, ਪੁਲਾੜ, ਗ੍ਰਹਿ, ਧਰਤੀ, ਤਾਰੇ ਆਦਿ ਮੌਜੂਦ ਹਨ। ਇੱਥੋਂ ਤੱਕ ਕਿ ਇਸ ਵਿੱਚ ਸਾਰੀ ਊਰਜਾ ਅਤੇ ਸਮਾਂ ਵੀ ਸ਼ਾਮਿਲ ਹੈ। ਸੂਰਜ, ਗ੍ਰਹਿ, ਧਰਤੀ, ਚੰਨ ਅਤੇ ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸਾਂ ਆਦਿ ਬ੍ਰਹਿਮੰਡ ਵਿੱਚ ਸ਼ਾਮਿਲ ਹਨ। ਇਹ ਬ੍ਰਹਿਮੰਡ ਇੰਨਾ ਵੱਡਾ ਹੈ ਕਿ ਇਸ ਦੇ ਆਕਾਰ ਬਾਰੇ ਆਮ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਯੂਨੀਵਰਸ ਬ੍ਰਹਿਮੰਡ ਦੇ ਵਿੱਚ ਗੈਲੈਕਸੀਆਂ ਨੇ ਤੇ ਸਾਡੀ ਗੈਲੈਕਸੀ ਦਾ ਨਾਮ ਹੈ ਆਕਾਸ਼ ਗੰਗਾ, ਮਿਲਕੀ ਵੇ। ਉਸ ਦੇ ਵਿੱਚ ਸਾਡਾ ਸੂਰਜ ਪਰਿਵਾਰ ਆਉਂਦਾ ਹੈ। ਸੂਰਜ ਪਰਿਵਾਰ ਦੇ ਵਿੱਚ ਗ੍ਰਹਿ ਅਤੇ ਉਪਗ੍ਰਹਿ, ਛੋਟੇ ਗ੍ਰਹਿ, ਪੁੱਛਲ ਤਾਰੇ ਜਿਨ੍ਹਾਂ ਨੂੰ ਧੂਮਕੇਤੂ ਕਹਿੰਦੇ ਨੇ, ਉਲਕਾ ਅਤੇ ਉਲਕਾ ਪਿੰਡ, ਇਹ ਸਭ ਸੂਰਜ ਪਰਿਵਾਰ ਦਾ ਹਿੱਸਾ ਹਨ। ਸਪੇਸ ਜਾਂ ਪੁਲਾੜ, ਆਕਾਸ਼ ਜਾਂ ਪੁਲਾੜ ਨਾਲ ਸੰਬੰਧਿਤ ਹੈ। ਪੁਲਾੜ ਸਾਰੇ ਗ੍ਰਹਿ ਦੇ ਉੱਪਰ ਅਤੇ ਆਸ-ਪਾਸ ਦਾ ਜ਼ੋਨ ਹੈ ਜਿੱਥੇ ਸਾਹ ਲੈਣ ਜਾਂ ਰੋਸ਼ਨੀ ਪਾਉਣ ਲਈ ਹਵਾ ਨਹੀਂ ਹੈ। ਪੁਲਾੜ ਇੱਕ ਖਲਾਅ ਹੈ ਪਰ ਇਹ ਖਾਲੀ ਤੋਂ ਬਹੁਤ ਦੂਰ ਹੈ। ਯੂਰੀ ਗਾਗਰਿਨ ਵਿਸ਼ਵ ਦਾ ਪਹਿਲਾ ਆਦਮੀ ਸੀ ਜੋ ਪੁਲਾੜ ਵਿੱਚ ਗਿਆ। ਇਹ ਰੂਸ ਦਾ ਸੀ। ਸ਼੍ਰੀ ਰਾਕੇਸ਼ ਸ਼ਰਮਾ ਜਿਹੜੇ ਏਅਰ ਫੋਰਸ ਵਿੱਚ ਸਨ, ਪਟਿਆਲੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹ ਪਹਿਲੇ ਭਾਰਤੀ ਪੁਲਾੜ ਯਾਤਰੀ ਸੀਗੇ। ਕਰਨਾਲ ਕੀ ਬੇਟੀ ਕਲਪਨਾ ਚਾਵਲਾ ਪਹਿਲੀ ਭਾਰਤੀ ਮਹਿਲਾ ਸੀ ਜੋ ਪੁਲਾੜ ਵਿੱਚ ਗਈ ਸੀ। ਤਾਰੇ ਅਤੇ ਤਾਰਾ ਮੰਡਲ, ਸਟਾਰਸ ਐਂਡ ਕੌਨਸਟੈਲੇਸ਼ਨ। ਹੈ ਤੁਸੀਂ ਤਸਵੀਰ 'ਚ ਦੇਖ ਰਹੇ ਹੋ ਸਪਤਰਿਸ਼ੀ। ਜਦੋਂ ਆਕਾਸ਼ ਸਾਫ਼ ਹੁੰਦਾ ਹੈ ਤਾਂ ਇਹ ਸਪਤਰਿਸ਼ੀ ਬਿਲਕੁਲ ਸਪਸ਼ਟ ਦਿਖਾਈ ਦਿੰਦਾ ਹੈ। ਸਪਤ ਦਾ ਮਤਲਬ 7, ਤਾਂ 7 ਸਟਾਰਸ ਇਹ ਸ਼ੇਪ ਬਣਾਉਂਦੇ ਨੇ ਤਾਂ ਉਸਨੂੰ ਸਪਤਰਿਸ਼ੀ ਕਹਿੰਦੇ ਆ। ਤਾਰੇ ਜਾਂ ਸਟਾਰ ਕਿਸ ਨੂੰ ਕਹਿੰਦੇ ਨੇ? ਜਿਹੜੇ ਖਗੋਲੀ ਜਾਂ ਆਕਾਸ਼ੀ ਪਿੰਡ ਆਪਣੀ ਰੋਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਤਾਰੇ ਕਿਹਾ ਜਾਂਦਾ ਹੈ। ਅਤੇ ਸੂਰਜ ਵੀ ਇੱਕ ਤਾਰਾ ਹੀ ਹੈ। ਸੂਰਜ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ, ਇਸ ਲਈ ਇਹ ਆਕਾਰ ਵਿੱਚ ਬਹੁਤ ਵੱਡਾ ਦਿਖਾਈ ਦਿੰਦਾ ਹੈ। ਤਾਰਾ ਮੰਡਲ ਰਾਤ ਨੂੰ ਤਾਰਿਆਂ ਭਰੇ ਆਕਾਸ਼ ਵਿੱਚ ਤਾਰਿਆਂ ਦੇ ਸਮੂਹਾਂ ਦੇ ਰੂਪ ਵਿੱਚ ਕਈ ਸ਼ਕਲਾਂ ਦਿਖਾਈ ਦਿੰਦੀਆਂ ਹਨ, ਅਰਥਾਤ ਕਈ ਮਨੁੱਖੀ ਆਕ੍ਰਿਤੀਆਂ ਅਤੇ ਕਈ ਪਸ਼ੂ ਆਕ੍ਰਿਤੀਆਂ ਦੇ ਰੂਪ ਵਿੱਚ ਤਾਰਾ ਸਮੂਹ ਦਿਖਾਈ ਦੇਣ ਲੱਗ ਜਾਂਦੇ ਹਨ। ਇਹਨਾਂ ਸਮੂਹਾਂ ਨੂੰ ਹੀ ਤਾਰਾ ਮੰਡਲ ਕਿਹਾ ਜਾਂਦਾ ਹੈ। ਪ੍ਰਕਾਸ਼ ਸਾਲ ਜਾਂ ਲਾਈਟ ਈਅਰ ਕਿਹਨੂੰ ਕਹਿੰਦੇ ਹਨ? ਪ੍ਰਕਾਸ਼ ਇੱਕ ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰ ਲੈਂਦਾ ਹੈ। ਪ੍ਰਕਾਸ਼ ਦੀ ਇੱਕ ਕਿਰਨ ਇੱਕ ਸਾਲ ਵਿੱਚ ਲਗਾਤਾਰ ਚੱਲਦਿਆਂ ਜਿੰਨਾ ਸਫ਼ਰ ਤੈਅ ਕਰਦੀ ਹੈ, ਇਸ ਦੂਰੀ ਨੂੰ ਪ੍ਰਕਾਸ਼ ਸਾਲ ਕਿਹਾ ਜਾਂਦਾ ਹੈ। ਯਾਨੀ ਕਿ ਪ੍ਰਕਾਸ਼ ਸਾਲ ਦੂਰੀ ਨੂੰ ਮਾਪਣ ਦਾ ਇੱਕ ਪੈਮਾਨਾ ਹੈ। ਸੂਰਜ ਜਾਂ ਸਨ, ਗੈਲੈਕਸੀ। ਇੱਕ ਗੈਲੈਕਸੀ ਗੈਸ, ਧੂੜ ਅਤੇ ਅਰਬਾਂ ਤਾਰਿਆਂ ਅਤੇ ਉਹਨਾਂ ਦੀ ਸੂਰਜੀ ਪ੍ਰਣਾਲੀਆਂ ਦਾ ਇੱਕ ਵਿਸ਼ਾਲ ਸੰਗ੍ਰਹਿ ਹੈ। ਇਹ ਸਾਡੇ ਗੁਰਤਾ ਸ਼ਕਤੀ ਦੁਆਰਾ ਇਕੱਠੇ ਹਨ। ਗੈਲੈਕਸੀ ਦੇ ਇੱਕ ਹਿੱਸੇ ਜਿਸ ਵਿੱਚ ਲਗਭਗ 1 ਅਰਬ ਤਾਰੇ ਅਤੇ ਗ੍ਰਹਿ ਹਨ ਉਸ ਨੂੰ ਆਕਾਸ਼ ਗੰਗਾ ਕਹਿੰਦੇ ਹਨ ਜਾਂ ਮਿਲਕੀ ਵੇ ਕਹਿੰਦੇ ਹਨ। ਸੂਰਜ ਮੰਡਲ ਦੇ ਵਿੱਚ ਸੂਰਜ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਵਿੱਚ ਸੂਰਜੀ ਪ੍ਰਣਾਲੀ ਦੇ ਕੁੱਲ ਪੁੰਜ ਦਾ 99.8% ਤੋਂ ਵੱਧ ਸ਼ਾਮਿਲ ਹਨ। ਸੂਰਜ ਸਾਰੇ ਗ੍ਰਹਿਆਂ ਤੇ ਪ੍ਰਕਾਸ਼, ਤਾਪ ਅਤੇ ਊਰਜਾ ਦਾ ਸਰੋਤ ਹੈ। ਇਸ ਦਾ ਵਿਆਸ ਹੈ 1 ਅਰਬ 1 ਕਰੋੜ 39 ਲੱਖ ਕਿਲੋਮੀਟਰ।
ਤਾਪਮਾਨ 5800 ਸੈਲਸੀਅਸ ਅਤੇ ਇਸ ਦਾ ਕੋਰ 15 ਕਰੋੜ 6 ਲੱਖ ਸੈਲਸੀਅਸ ਦਾ ਹੈ। ਸੂਰਜ ਪਰਿਵਾਰ ਜਾਂ ਸੋਲਰ ਸਿਸਟਮ ਕੀ ਹੈ? ਸੂਰਜ ਪਰਿਵਾਰ ਵਿੱਚ ਸੂਰਜ, ਇਸ ਦੇ 8 ਗ੍ਰਹਿ ਅਤੇ ਉਹਨਾਂ ਦੇ ਉਪਗ੍ਰਹਿ, ਬੌਨੇ ਗ੍ਰਹਿ ਅਤੇ ਅਣਗਿਣਤ ਤਾਰੇ, ਧੂਮਕੇਤੂ ਅਤੇ ਹੋਰ ਚੀਜ਼ਾਂ ਸ਼ਾਮਿਲ ਹਨ। ਜਨਮ: ਸੂਰਜ ਮੰਡਲ ਦਾ ਜਨਮ ਅੱਜ ਤੋਂ ਲਗਭਗ 4.6 ਅਰਬ ਸਾਲ ਪਹਿਲਾਂ ਹੋਇਆ ਸੀ। ਤੇ ਗ੍ਰਹਿ: ਸੂਰਜ ਪਰਿਵਾਰ ਵਿੱਚ ਹੁਣ ਇਸ ਸਮੇਂ 8 ਗ੍ਰਹਿ ਸ਼ਾਮਿਲ ਹਨ। ਸਾਡੀ ਧਰਤੀ ਇਸ ਸੂਰਜ ਪਰਿਵਾਰ ਦਾ ਇੱਕ ਹਿੱਸਾ ਹੈ। ਨੇੜੇ ਅਤੇ ਦੂਰ: ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ਅਤੇ ਨੈਪਚੂਨ ਸਭ ਤੋਂ ਦੂਰ ਹੈ। ਸਭ ਤੋਂ ਵੱਡਾ ਗ੍ਰਹਿ ਬ੍ਰਹਸਪਤੀ ਅਤੇ ਸਭ ਤੋਂ ਛੋਟਾ ਬੁੱਧ ਹੈ। ਇਹ ਤੁਸੀਂ ਚਾਰਟ ਦੇਖ ਰਹੇ ਹੋ ਸੂਰਜ ਪਰਿਵਾਰ ਦੇ ਗ੍ਰਹਿ ਅਤੇ ਉਹਨਾਂ ਸੰਬੰਧੀ ਹੋਰ ਜਾਣਕਾਰੀ ਤੁਸੀਂ ਇਸ ਚਾਰਟ ਦਾ ਸਕਰੀਨਸ਼ਾਟ ਲੈ ਕੇ ਤੇ ਆਪਣੀ ਕਾਪੀਆਂ ਤੇ ਡਿਟੇਲ ਲਿਖ ਲੈਣਾ। ਇਹ 8 ਗ੍ਰਹਿਆਂ ਦੇ ਨਾਮ ਲਿਖੇ ਨੇ। ਦੂਸਰੇ ਕਾਲਮ ਵਿੱਚ ਆਕਾਰ ਜਾਂ ਵਿਆਸ, ਤੀਸਰੇ ਵਿੱਚ ਸੂਰਜ ਤੋਂ ਦੂਰੀ ਕਿੰਨੇ 10 ਲੱਖ ਯਾਨੀ ਕਿ ਮਿਲੀਅਨ ਕਿਲੋਮੀਟਰ ਦੂਰ ਹੈ। ਉਸ ਤੋਂ ਬਾਅਦ ਹਰੇਕ ਗ੍ਰਹਿ ਦਾ ਉਪਗ੍ਰਹਿ ਕਿੰਨੇ ਕਿੰਨੇ ਨੇ। ਧਰਤੀ ਦਾ ਇੱਕ ਉਪਗ੍ਰਹਿ ਹੈ ਅਤੇ ਸਭ ਤੋਂ ਵੱਧ ਉਪਗ੍ਰਹਿ ਬ੍ਰਹਸਪਤੀ ਦੇ ਨੇ 63। ਤੇ ਇਹਨਾਂ ਗ੍ਰਹਿਆਂ ਦੇ ਨਾਮ ਯਾਦ ਕਰਨ ਦਾ ਸਰਲ ਤਰੀਕਾ ਕੀ ਹੈ? ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਇਹਨਾਂ ਦਾ ਪਹਿਲਾ ਲੈਟਰ, ਠੀਕ ਹੈ। ਐਮ ਤੋਂ ਮਰਕਰੀ, ਵੈਰੀ ਵੀ ਵੀਨਸ, ਐਫੀਸ਼ੀਐਂਟ ਈ ਅਰਥ, ਮਦਰ ਐਮ ਮਾਰਸ, ਜਸਟ ਜੁਪੀਟਰ, ਸਰਵਡ ਸੈਟਰਨ, ਅਸ ਯੂਰੇਨਸ ਤੇ ਨਟਸ ਨੈਪਚੂਨ। ਉਪਗ੍ਰਹਿ ਤੋਂ ਗ੍ਰਹਿ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਸੂਰਜ ਪੜ੍ਹਿਆ, ਫਿਰ ਗ੍ਰਹਿ ਤੇ ਹੁਣ ਉਪਗ੍ਰਹਿ। ਉਪਗ੍ਰਹਿ ਉਹਨਾਂ ਆਕਾਸ਼ੀ ਗੋਲਿਆਂ ਜਾਂ ਖਗੋਲੀ ਪਿੰਡਾਂ ਨੂੰ ਆਖਦੇ ਹਨ ਜਿਹੜੇ ਦੁਆਲੇ ਘੁੰਮਦੇ ਹਨ, ਜਿਵੇਂ ਕਿ ਗ੍ਰਹਿਆਂ ਦੁਆਲੇ ਘੁੰਮਦੇ ਹਨ। ਜਿਵੇਂ ਕਿ ਚੰਨ ਜਿਹੜਾ ਹੈ ਧਰਤੀ ਦੇ ਦੁਆਲੇ ਘੁੰਮਦਾ ਹੈ, ਇਸ ਦਾ ਉਪਗ੍ਰਹਿ ਹੈ। ਸੂਰਜ ਮੰਡਲ ਵਿੱਚ ਚੰਨ ਸਮੇਤ ਵੱਖੋ ਵੱਖ ਗ੍ਰਹਿਾਂ ਦੇ ਕੁੱਲ ਮਿਲਾ ਕੇ 150 ਉਪਗ੍ਰਹਿ ਹਨ ਟੋਟਲ। ਇਹਨਾਂ ਨੂੰ ਕੁਦਰਤੀ ਉਪਗ੍ਰਹਿ ਵੀ ਕਹਿੰਦੇ ਹਨ, ਕਿਉਂਕਿ ਮਨੁੱਖ ਵੀ ਉਪਗ੍ਰਹਿ ਬਣਾ ਕੇ ਭੇਜਦਾ ਹੈ। ਜਿਹੜੇ ਸੈਟੇਲਾਈਟਸ ਮਨੁੱਖ ਦੁਆਰਾ ਬਣਾਏ ਭੇਜੇ ਜਾਂਦੇ ਹਨ। ਆਰਿਆ ਭੱਟ ਪਹਿਲਾ ਭਾਰਤੀ ਉਪਗ੍ਰਹਿ ਸੀ ਜਿਹੜਾ ਕਿ 1975 ਦੇ ਵਿੱਚ ਪੁਲਾੜ ਵਿੱਚ ਛੱਡਿਆ ਗਿਆ ਸੀ। ਉਹਦੀ ਤਸਵੀਰ ਤੁਸੀਂ ਦੇਖ ਰਹੇ ਹੋ। ਚੰਦਰਮਾ ਜਾਂ ਮੂਨ: ਚੰਦਰਮਾ ਇਸ ਧਰਤੀ ਦਾ ਇੱਕੋ ਇੱਕ ਉਪਗ੍ਰਹਿ ਹੈ। ਇਹ ਗੁਰਤਾ ਸ਼ਕਤੀ ਕਰਕੇ ਧਰਤੀ ਦੇ ਚਾਰੋਂ ਪਾਸੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ ਅਤੇ ਆਪਣੀ ਧੁਰੀ ਦੁਆਲੇ ਵੀ ਘੁੰਮਦਾ ਹੈ। ਪਰਿਕਰਮਾ: ਇਹ ਧਰਤੀ ਦੀ ਪਰਿਕਰਮਾ 27 ਦਿਨਾਂ ਵਿੱਚ ਅਤੇ ਆਪਣੇ ਧੁਰੇ ਦੇ ਵਿੱਚ 7 ਘੰਟਿਆਂ ਦੀ ਵਿੱਚ ਪੂਰੀ ਕਰਦਾ ਹੈ। ਦੂਰੀ: ਚੰਨ ਧਰਤੀ ਤੋਂ ਹੈਗਾ 3,84,400 ਕਿਲੋਮੀਟਰ ਦੂਰ। ਇਸ ਦੀ ਰੋਸ਼ਨੀ, ਚੰਨ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੁੰਦੀ ਅਤੇ ਇਹ ਸੂਰਜ ਦੀ ਰੋਸ਼ਨੀ ਦੇ ਕਾਰਨ ਹੀ ਸਾਨੂੰ ਚਮਕਦਾ ਹੋਇਆ ਦਿਖਾਈ ਦਿੰਦਾ ਹੈ। ਨੀਲ ਆਰਮਸਟਰੌਂਗ ਅਤੇ ਐਡਵਿਨ ਐਲਡਰਿਨ ਪਹਿਲੇ ਪੁਲਾੜ ਯਾਤਰੀ ਸਨ, ਜਿਹੜੇ ਕਿ 21 ਜੁਲਾਈ 1969 ਨੂੰ ਸਭ ਤੋਂ ਪਹਿਲਾਂ ਚੰਨ ਦੀ ਸਤ੍ਹਾ 'ਤੇ ਪਹੁੰਚੇ ਸੀ। ਉਹਨਾਂ ਨੇ ਪੈਰ ਰੱਖੇ ਸੀ। ਭਾਰਤ ਦੁਆਰਾ ਚੰਦਰਮਾ 'ਤੇ ਖੋਜ ਕਰਨ ਲਈ ਮਿਸ਼ਨ ਚੰਦਰਯਾਨ ਸ਼ੁਰੂ ਕੀਤਾ ਗਿਆ ਹੈ। ਪੁੱਛਲ ਤਾਰੇ ਜਾਂ ਕੋਮਟਸ: ਪੁੱਛਲ ਤਾਰੇ ਕੀ ਹੁੰਦੇ ਨੇ? ਪੁੱਛਲ ਤਾਰੇ ਬੜੇ ਅਦਭੁਤ ਆਕਾਸ਼ੀ ਪਿੰਡ ਹਨ। ਇਹ ਨੈਬੂਲਾ, ਤੱਤਾਂ, ਗੈਸਾਂ, ਧੂੜ, ਮਿੱਟੀ ਆਦਿ ਦਾ ਸਮੂਹ ਹੁੰਦੇ ਹਨ। ਇਹ ਤਾਰੇ ਦੀ ਤਰ੍ਹਾਂ ਹੀ ਦਿਖਾਈ ਦਿੰਦੇ ਹਨ। ਇਹ ਕਦੀ ਕਦਾਈ ਅਚਾਨਕ ਹੀ ਵੇਖਣ ਵਿੱਚ ਨਜ਼ਰ ਆਉਂਦੇ ਹਨ। ਇਹਨਾਂ ਦੇ ਪਿੱਛੇ ਰੋਸ਼ਨੀ ਦੀ ਲੰਬੀ ਪੂੰਛ ਜਿਹੀ ਨਜ਼ਰ ਆਉਂਦੀ ਹੈ। ਇਸੇ ਕਰਕੇ ਇਹਨਾਂ ਨੂੰ ਪੁੱਛਲ ਤਾਰਾ ਜਾਂ ਟੇਲਡ ਸਟਾਰ ਕਹਿੰਦੇ ਹਨ। ਇੰਗਲੈਂਡ ਦੇ ਤਾਰਾ ਵਿਗਿਆਨੀ ਐਡਮੰਡ ਹੈਲੇ ਦੁਆਰਾ ਖੋਜਿਆ ਗਿਆ ਹੈਲੇ ਦਾ ਪੁੱਛਲ ਤਾਰਾ ਵੀ ਇੱਕ ਕਿਸਮ ਦਾ ਪੁੱਛਲ ਤਾਰਾ ਹੈ। ਇਹ 75-76 ਸਾਲਾਂ ਪਿੱਛੋਂ ਹੀ ਦਿਖਾਈ ਦਿੰਦਾ ਹੈ। ਛੋਟੇ ਗ੍ਰਹਿ ਉਲਕਾ ਅਤੇ ਉਲਕਾ ਪਿੰਡ: ਛੋਟੇ ਗ੍ਰਹਿ ਕੀ ਹੁੰਦੇ ਨੇ? ਗ੍ਰਹਿਆਂ ਤੋਂ ਇਲਾਵਾ ਬ੍ਰਹਿਮੰਡ ਵਿੱਚ ਕਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਰਹਿੰਦੇ ਹਨ। ਸੂਰਜ ਦੁਆਲੇ ਪਰਿਕਰਮਾ ਕਰਨ ਕਰਕੇ ਇਹਨਾਂ ਨੂੰ ਛੋਟੇ ਗ੍ਰਹਿ ਕਿਹਾ ਜਾਂਦਾ ਹੈ। ਉਲਕਾ: ਸੂਰਜ ਮੰਡਲ ਵਿਚਲੇ ਛੋਟੇ ਛੋਟੇ ਪਦਾਰਥ ਪ੍ਰਿਥਵੀ ਦੀ ਪਰਿਕਰਮਾ ਕਰਦੇ ਸਮੇਂ ਜਦ ਕਦੀ ਇਸ ਦੇ ਨੇੜੇ ਆ ਜਾਂਦੇ ਹਨ ਤਾਂ ਉਹ ਤੀਬਰ ਗਤੀ ਨਾਲ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੇ ਹਨ। ਤਾਂ ਵਾਯੂਮੰਡਲੀ ਹਵਾ ਨਾਲ ਰਗੜਨ ਕਰਕੇ ਉਸ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ।
ਇਸ ਕਰਕੇ ਉਸ ਦੇ ਪਿੱਛੇ ਰੋਸ਼ਨੀ ਦੀ ਲਕੀਰ ਜਿਹੀ ਬਣ ਜਾਂਦੀ ਹੈ, ਜਿਸ ਨੂੰ ਅਸੀਂ ਉਲਕਾ ਕਹਿੰਦੇ ਹਾਂ। ਅਤੇ ਉਲਕਾ ਪਿੰਡ ਉਹ ਉਲਕਾ ਜਿਹੜੇ ਪੂਰੇ ਸੜਦੇ ਨਹੀਂ ਹਨ ਅਤੇ ਧਰਤੀ 'ਤੇ ਠੋਸ ਹਾਲਤ ਵਿੱਚ ਗਰਮ ਗੋਲੇ ਦੇ ਰੂਪ ਵਿੱਚ ਡਿੱਗ ਪੈਂਦੇ ਹਨ, ਅਸੀਂ ਉਸ ਨੂੰ ਉਲਕਾ ਪਿੰਡ ਕਹਿੰਦੇ ਹਾਂ। ਧਰਤੀ ਦੀ ਨੁਹਾਰ ਅਤੇ ਆਕਾਰ ਦੇਖਣ ਵਿੱਚ ਇਸ ਦੀ ਸ਼ੇਪ ਅਤੇ ਸਾਈਜ਼ ਕਿੱਦਾਂ ਦੀ ਹੈ। ਧਰਤੀ ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਤੀਜਾ ਗ੍ਰਹਿ ਹੈ। ਸਾਡੇ ਸੂਰਜ ਮੰਡਲ ਵਿੱਚ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਹੈ। ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਸਾਡੀ ਧਰਤੀ ਸੂਰਜ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਵਿਗਿਆਨੀਆਂ ਦੇ ਅਨੁਸਾਰ ਧਰਤੀ ਦਾ ਜਨਮ ਸੂਰਜ ਦੇ ਨਾਲ ਹੀ ਲਗਭਗ 4.6 ਅਰਬ ਸਾਲ ਪਹਿਲਾਂ ਹੋਇਆ ਸੀ। ਸਾਡੀ ਧਰਤੀ ਚਪਟਾ ਗੋਲਾ ਹੈ, ਇਸ ਨੂੰ ਧਰਤ ਗੋਲਾ ਕਿਹਾ ਜਾਂਦਾ ਹੈ। ਉੱਤਰੀ ਅਤੇ ਦੱਖਣੀ ਸਿਰਿਆਂ ਜਿੱਥੇ ਧਰਤੀ ਚਪਟੀ ਹੈ ਨੂੰ ਧਰੁਵ ਕਹਿੰਦੇ ਹਨ। ਉੱਤਰੀ ਸਿਰੇ ਨੂੰ ਉੱਤਰੀ ਧਰੁਵ ਅਤੇ ਦੱਖਣੀ ਸਿਰੇ ਨੂੰ ਦੱਖਣੀ ਧਰੁਵ ਆਖਿਆ ਜਾਂਦਾ ਹੈ। ਤੁਹਾਨੂੰ ਗਲੋਬ ਦਿਖਾਵਾਂਗਾ, ਉਸ ਤੋਂ ਇਹ ਸਾਰਾ ਸਪਸ਼ਟ ਹੋ ਜਾਏਗਾ। ਇੱਕ ਕਲਪਿਤ ਰੇਖਾ ਜੋ ਕਿ ਇੱਕ ਧਰੁਵ ਦੇ ਦੁਆਲੇ ਧਰੁਵ ਤੱਕ ਧਰਤੀ ਦੇ ਮੱਧ ਵਿੱਚੋਂ ਲੰਘਦੀ ਹੈ, ਉਸ ਨੂੰ ਧਰਤੀ ਦਾ ਧੁਰਾ ਆਖਦੇ ਹਨ, ਜਿਸ ਦੁਆਲੇ ਧਰਤੀ ਘੁੰਮਦੀ ਹੈ। ਆਕਾਰ, ਵਿਆਸ ਅਤੇ ਘੇਰਾ ਆਕਾਰ ਦੇ ਅਨੁਸਾਰ ਸਾਡੀ ਧਰਤੀ ਦਾ 5ਵਾਂ ਸਥਾਨ ਹੈ। ਇਹ ਹਿਮਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ ਨਾਲੋਂ ਛੋਟੀ ਹੈ। ਵਿਆਸ ਇਸ ਦਾ ਵਿਆਸ 12,756 ਕਿਲੋਮੀਟਰ ਹੈ। ਧਰੁਵਾਂ ਵੱਲੋਂ ਇਸ ਦਾ ਵਿਆਸ 12,712 ਕਿਲੋਮੀਟਰ ਹੈ। ਅਰਥਾਤ ਭੂਮੱਧ ਰੇਖਾ ਨਾਲੋਂ ਧਰੁਵਾਂ ਵੱਲੋਂ ਇਸ ਦਾ ਵਿਆਸ 44 ਕਿਲੋਮੀਟਰ ਘੱਟ ਹੈ। ਤੇ ਘੇਰਾ ਧਰਤੀ ਦਾ ਘੇਰਾ ਲਗਭਗ 40,000 ਕਿਲੋਮੀਟਰ ਹੈ। ਭੂਮੱਧ ਰੇਖਾ ਧਰਤੀ ਦੇ ਮੱਧ ਵਿੱਚ ਪੂਰਬ ਤੋਂ ਪੱਛਮ ਵੱਲ ਸਿਰਿਆਂ ਨੂੰ ਮਿਲਾਉਣ ਲਈ ਇੱਕ ਕਲਪਿਤ ਰੇਖਾ ਹੈ, ਜਿਸ ਨੂੰ ਭੂਮੱਧ ਰੇਖਾ ਕਹਿੰਦੇ ਹਨ। ਇਹ ਧਰਤੀ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ। ਧਰਤੀ ਦਾ ਖੇਤਰਫਲ ਲਗਭਗ 52 ਕਰੋੜ ਵਰਗ ਕਿਲੋਮੀਟਰ ਹੈ, ਜਿਸ ਵਿੱਚ 70.8% ਜ਼ਮੀਨ ਹੈ ਅਤੇ 29.2% ਪਾਣੀ ਹੈ। ਉਲਟ ਲਿਖਿਆ ਗਿਆ, 70.8% ਪਾਣੀ ਹੈ ਅਤੇ 29.2% ਜ਼ਮੀਨ ਹੈ। ਸੂਰਜ ਅਤੇ ਚੰਦ ਗ੍ਰਹਿਣ ਸੂਰਜ ਗ੍ਰਹਿਣ ਧਰਤੀ ਦੇ ਸੂਰਜ ਦੁਆਲੇ ਤੇ ਚੰਦ ਤੇ ਧਰਤੀ ਦੁਆਲੇ ਘੁੰਮਦੇ ਹੋਏ ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਤਾਂ ਧਰਤੀ ਤੋਂ ਸੂਰਜ ਵੇਖਦੇ ਹਾਂ ਅੜਿੱਕਾ ਬਣੇ, ਇਸ ਨੂੰ ਕਹਿੰਦੇ ਨੇ ਸੂਰਜ ਗ੍ਰਹਿਣ। ਤੇ ਚੰਦਰ ਗ੍ਰਹਿਣ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਾਲੇ ਆ ਜਾਂਦੀ ਹੈ ਤੇ ਧਰਤੀ ਦਾ ਪ੍ਰਛਾਵਾਂ ਚੰਦ ਤੇ ਪੈਂਦਾ, ਉਸ ਨੂੰ ਚੰਦਰ ਗ੍ਰਹਿਣ ਕਹਿੰਦੇ ਹਨ। ਬੱਚਿਓ, ਇਹ ਦੋਨੋਂ ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਦੀਆਂ ਤਸਵੀਰਾਂ ਆਪਣੀ ਕਾਪੀ ਤੇ ਬਣਾ ਲਿਓ। ਇਸ ਤੋਂ ਬਾਅਦ ਅਭਿਆਸ ਦੇ 10 ਪ੍ਰਸ਼ਨ ਦਿੱਤੇ ਹੋਏ ਨੇ, ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਤੇ ਇਸ ਦੇ ਆਨਸਰ ਇਸ ਲੈਸਨ ਦੇ ਵਿੱਚੋਂ ਹੁਣ ਤੱਕ ਜੋ ਪੜ੍ਹਾਇਆ ਹੈ ਉਸ ਵਿੱਚੋਂ ਲੱਭ ਕੇ ਆਪਣੀਆਂ ਪੱਕੀਆਂ ਕਾਪੀਆਂ ਤੇ ਨੋਟ ਕਰ ਲੈਣੇ ਨੇ। ਤੇ ਤੁਹਾਨੂੰ ਹੁਣ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਇਸ ਕਰਕੇ ਹੀ ਤੁਹਾਡੀ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਇਹ ਕੁਝ ਲੱਛਣ ਨੇ ਬੇਟਾ, ਆਪਣਾ ਬਚਾਅ ਰੱਖਣਾ ਹੈ, ਬਿਮਾਰੀ ਤੋਂ ਬਚਣਾ ਹੈ, ਘਰ ਵਿੱਚ ਹੀ ਰਹਿਣਾ ਹੈ ਤੇ ਆਪਣੀ ਪੜ੍ਹਾਈ ਕਰਦੇ ਰਹਿਣਾ ਹੈ। ਧੰਨਵਾਦ। ਥੈਂਕ ਯੂ।